करनगे और मैं उस तो बाद मैं अपनी गल जिवें प्रधान जिसने इस मजबूत स्थापना नूं यकीनी बनाया कि किसानां नूं सरकार द्वारा पेश किया जाता घट्टो आज मंडी प्रणाली समय की कटौती ते खड़ी है, पर खेतीबाड़ी बिलों का नवीनतम सेट केंद्र सरकार नूं बिहार तो सबक लेना चाहिए है, जिसने 2000 विच मंडी प्रणाली ते APM बेईमान एकाधारतावादी राजधानी कंपनियां मोदी सरकार मुर्दाबाद, काला कानून वापस करो, मोदी सरकार मुर्दाबाद, मोदी सरकार मुर्दाबाद, काला कानून वापस करो, काला कानून वापस करो, मोदी सरकार मुर्दाबाद, वापस करो, मोदी सरकार मुर्दाबाद, मोदी सरकार मुर्दाबाद। आरतीय किसान मजदूर एकता जिंदाबाद, आरतीय किसान मजदूर एकता जिंदाबाद, मोदी सरकार मुर्दाबाद, मोदी सरकार मुर्दाबाद। किसान मजदूर ते तुसी आरती चीज़ की गल की, किस तरह ये ऑर्डीनेंस नुकसान ਅੱਜ ਵਿਜੇ ਕਾਲਰਾ ਜੀ ਸਾਡੇ ਆੜਤੀ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਬਾਗਾ ਪੁਰਾਣਾ ਜੀ ਤੇ ਸਾਰੇ 31 ਮੈਂਬਰੀ ਜਿਹੜੀ ਆੜਤੀ ਐਸੋਸੀਏਸ਼ਨ ਦੀ ਪੰਜਾਬ ਦੀ ਬਾਡੀ ਹੈ ਉਹਦੇ ਸਾਰੇ ਮੈਂਬਰ ਸਹਿਬਾਨ ਔਰ ਹਰ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਪੰਜਾਬ ਚੋਂ ਹਰ ਜ਼ਿਲ੍ਹੇ ਦੇ ਪ੍ਰਧਾਨ ਅੱਜ ਉਰੇ ਹਾਜ਼ਰ ਹੋਏ ਔਰ ਮੈਂ ਕੱਲ ਗੱਲ ਕੀਤੀ ਸੀ ਇਹਨਾਂ ਨਾਲ ਕਿ ਆਪਾਂ ਆ ਕੇ ਆਪਾਂ ਇਸ ਮੁੱਦੇ ਦੇ ਉੱਪਰ ਜੋ 3 ਕਾਨੂੰਨ ਬੀਜੇਪੀ ਦੀ ਮੋਦੀ ਸਰਕਾਰ ਸਾਡੇ ਦੇਸ਼ ਵਿੱਚ ਲੈ ਕੇ ਆਈ ਹੈ ਜਿਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਵੱਡੇ ਪੱਧਰ ਦੇ ਉੱਪਰ ਸਾਡੇ ਕਿਸਾਨ ਵੀਰਾਂ ਨੂੰ ਆੜਤੀ ਵੀਰਾਂ ਨੂੰ ਮਜ਼ਦੂਰਾਂ ਨੂੰ ਵੱਡੇ ਪੈਮਾਨੇ ਤੇ ਹੋਣਾ ਉਸ ਨੂੰ ਲੈ ਕੇ ਸਾਡੀ ਕੀ ਰਣਨੀਤੀ ਹੈ ਉਸ ਨੂੰ ਲੈ ਕੇ ਅਸੀਂ ਅੱਜ ਮੀਟਿੰਗ ਕੀਤੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆੜਤੀਆ ਹਮੇਸ਼ਾ ਸਾਡੀ ਪੰਜਾਬ ਦੀ ਜਿਹੜੀ ਐਗਰੀਕਲਚਰ ਦੀ ਇਕਨੋਮੀ ਹੈ ਉਹਦੀ ਰੀੜ੍ਹ ਦੀ ਹੱਡੀ ਰਿਹਾ ਹੈ ਆੜਤੀਏ ਦਾ ਕਿਸਾਨ ਨਾਲ ਆੜਤੀਏ ਦਾ ਲੇਬਰ ਨਾਲ ਆੜਤੀਏ ਦਾ ਫੂਡ ਗ੍ਰੇਨ ਏਜੰਸੀ ਨਾਲ ਆੜਤੀਏ ਦਾ ਸਰਕਾਰ ਨਾਲ ਆੜਤੀਏ ਦਾ ਬੈਂਕ ਨਾਲ ਹਰ ਇੱਕ ਜਗ੍ਹਾ ਦੇ ਉੱਪਰ ਆੜਤੀਏ ਐਜ਼ ਅ ਫਲਕਰਮ ਪੁਆਇੰਟ ਤੇ ਇਹ ਸਾਰੇ ਲੋਕਾਂ ਨਾਲ ਸਭ ਦਾ ਆਪਸ ਦੇ ਵਿੱਚ ਇੱਕ 9 ਮਾਸ ਦਾ ਰਿਸ਼ਤਾ ਹੈ ਔਰ ਇਹ ਕੋਈ ਵੀ ਬੰਦਾ ਇੱਕ ਦੂਜੇ ਤੋਂ ਬਿਨਾ ਟ੍ਰੇਨ ਸਰਵਾਈਵ ਨਹੀਂ ਕਰ ਸਕਦਾ ਸੋ ਅਸੀਂ ਜਦ ਤੱਕ ਸਾਰੇ ਇਕੱਠੇ ਨਹੀਂ ਹੁੰਦੇ ਤਦ ਤੱਕ ਅਸੀਂ ਕੋਈ ਵੀ ਸਾਥੀ ਇਸ ਦੇ ਵਿੱਚ ਸਸਟੇਨ ਨਹੀਂ ਕਰ ਸਕਦਾ ਸੋ ਜਿਹੜਾ ਇਹ ਕਾਨੂੰਨ ਮੋਦੀ ਜੀ ਦੀ ਸਰਕਾਰ ਲੈ ਕੇ ਆਈ ਹੈ ਇਹ ਕਾਨੂੰਨ ਦੇ ਨਾਲ ਇਹ ਸਾਰਾ ਜਿਹੜਾ ਫੈਬਰਿਕ ਹੈ ਇਹ ਖਤਮ ਹੋ ਗਿਆ ਮੰਡੀਆਂ ਨੂੰ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਮੰਡੀਆਂ ਜਿੱਥੇ ਫਸਲ ਆਉਂਦੀ ਹੈ ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਆਉਂਦਾ ਹੈ ਜਿੱਥੇ ਆੜਤੀਆ ਮੰਡੀ ਦੇ ਵਿੱਚ ਫਸਲ ਨੂੰ ਪਰਚੇਜ਼ ਕਰਦਾ ਸਰਕਾਰ ਵਾਸਤੇ ਉਸ ਨੂੰ ਫੈਸਿਲਿਟੇਟ ਕਰਦਾ ਉਹ ਮੰਡੀਆਂ ਸਾਡੇ ਪੰਜਾਬ ਵਿੱਚ ਇੱਕ ਮੰਦਿਰ ਤੇ ਗੁਰਦੁਆਰੇ ਦੇ ਤਰੀਕੇ ਦੇ ਨਾਲ ਹੈ ਜਿਹੜੀ ਸਾਡੇ ਪੰਜਾਬ ਦੀ ਇਕਨੋਮੀ ਵਾਸਤੇ ਉਹ ਵੱਡੀ ਸੰਸਥਾ ਹੈ ਉਹ ਵੱਡੀ ਜਗ੍ਹਾ ਹੈ ਜਿਸ ਨੂੰ ਕਈ ਸਾਲ ਲੱਗੇ ਬਣਾਉਣ ਵਾਸਤੇ ਤੇ ਇਹ 3 ਕਾਲੇ ਕਾਨੂੰਨਾਂ ਦੇ ਆਉਣ ਨਾਲ ਇੱਕ ਵਾਰੀ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਡਿਮੋਲਿਸ਼ ਹੋ ਜਾਣਗੀਆਂ ਤਾਂ ਇਸ ਕਰਕੇ ਇਹ ਕਿਸਾਨ ਵਿਰੋਧੀ ਆੜਤੀਆ ਵਿਰੋਧੀ ਲੇਬਰ ਵਿਰੋਧੀ ਕਾਨੂੰਨ ਹੈ ਜਿਹੜੇ ਇਸ ਦੇਸ਼ ਦੇ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਹਨ ਔਰ ਇਸ ਗੱਲ ਦਾ ਅਸੀਂ ਦੱਬ ਕੇ ਵਿਰੋਧ ਕਰ ਰਹੇ ਹਾਂ ਔਰ ਕਿਉਂਕਿ ਮੈਂ ਆਪ ਆੜਤੀਆ ਵਰਗ ਨਾਲ ਸੰਬੰਧਿਤ ਹਾਂ ਸਾਡਾ ਆਪਣਾ ਆੜਤ ਦਾ ਪਟਿਆਲੇ ਕੰਮ ਹੈ ਇਸ ਕਰਕੇ ਮੈਂ ਇਸ ਪ੍ਰੋਬਲਮ ਨੂੰ ਇਸ ਤਕਲੀਫ ਨੂੰ ਇਸ ਦਰਦ ਨੂੰ ਕਿਉਂਕਿ ਮੇਰੇ ਬਚਪਨ ਤੋਂ ਹੀ ਕਿਸਾਨਾਂ ਨਾਲ ਤੇ ਲੇਬਰ ਵਾਲਿਆਂ ਨਾਲ ਤੇ ਆੜਤੀਆ ਵਰਗ ਦੇ ਵਿੱਚੋਂ ਆਉਣਾ ਇਸ ਕਰਕੇ ਆਪਸ ਦੇ ਵਿੱਚ ਪਿਆਰ ਤੇ ਸੰਬੰਧ ਹੁੰਦਾ ਹੈ ਤੇ ਇਹ ਉਸ ਦੇ ਨਾਲ ਪਤਾ ਹੁੰਦਾ ਕਿ ਇਹ ਕਾਨੂੰਨ ਦਾ ਸਾਨੂੰ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੈ ਤੇ ਇਸ ਕਰਕੇ ਅੱਜ ਮੈਂ ਇਹ ਗੱਲ ਕਹਿਣ ਵਾਸਤੇ ਸਾਰੀ ਮੀਟਿੰਗ ਬੁਲਾਈ ਸੀ ਕਿ ਆਪਾਂ ਸਾਰੇ ਕਿਸੇ ਹੱਦ ਤੱਕ ਜਾਣਾ ਪਵੇ ਚਾਹੇ ਪਾਰਲੀਮੈਂਟ ਦਾ ਘਰਾਓ ਕਰਨਾ ਪਵੇ ਚਾਹੇ ਰਾਹ ਰੋਕਣੇ ਪੈਣ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਦੇ ਵਿੱਚ ਹਿੱਸਾ ਲਾਂਗੇ ਚਾਹੇ ਅੱਜ ਕਿਸਾਨ ਜਥੇਬੰਦੀਆਂ ਨੇ 25 ਤਰੀਕ ਨੂੰ ਬੰਦ ਰੱਖਿਆ ਉਸ ਗੱਲ ਨੂੰ ਵੀ ਪੂਰਾ ਦੱਬ ਕੇ ਅਸੀਂ ਸਪੋਰਟ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪ੍ਰੋਟੈਸਟ ਦੇ ਵਿੱਚ ਵੱਡੇ ਪੱਧਰ ਦੇ ਉੱਪਰ
ਅਸੀਂ ਸਪੋਰਟ ਕਰਾਂਗੇ, ਅਸੀਂ ਮੂਹਰੇ ਹੋ ਕੇ ਲੜਾਈ ਲੜਾਂਗੇ ਤਾਂ ਕਿ ਇਹ ਸਾਰੀ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਵਪਾਰੀਆਂ ਦੀ ਸਰਕਾਰ ਕਹਿੰਦੀ ਸੀ, ਇਹ ਕਾਨੂੰਨ ਲਿਆ ਕੇ ਤਾਂ ਉਹਨਾਂ ਨੇ ਸਾਰਿਆਂ ਦਾ ਸਤਿਆਨਾਸ਼ ਕਰ ਦਿੱਤਾ ਹੈ। 7 ਲੱਖ ਲੋਕ ਹੈ ਜਿਹੜੇ ਮੰਡੀਆਂ ਵਿੱਚ ਇਸ ਕੰਮ ਤੋਂ ਆਪਣੀ ਰੋਜੀ ਰੋਟੀ ਖਾਂਦੇ ਹੈ। ਉਹ ਸਾਰਿਆਂ ਦਾ ਕਾਰੋਬਾਰ, ਉਹਨਾਂ ਦੀ ਰੋਜੀ ਰੋਟੀ, ਉਹਨਾਂ ਦੀ ਆਮਦਨ ਦਾ ਜਿਹੜਾ ਹੀਲਾ ਬਿਲਾ ਹੈ ਉਹ ਸਾਰਾ ਤਬਾਹ ਹੋ ਜਾਊਗਾ ਇਹਦੇ ਨਾਲ। ਔਰ ਇਸ ਤੋਂ ਇਲਾਵਾ ਮੈਂ ਇਹ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੋਦੀ ਜੀ ਦੀ ਸਰਕਾਰ ਵੱਲੋਂ ਇਹ ਜਿਹੜੇ 3 ਕਾਨੂੰਨ ਸਾਡੇ ਦੇਸ਼ ਵਿੱਚ ਲੈ ਕੇ ਆਏ ਗਏ ਹੈ, ਇਹ ਬੜੇ ਕਾਰਪੋਰੇਟ ਹਾਊਸਿਸ ਨੂੰ ਮਦਦ ਕਰਨ ਵਾਸਤੇ ਲੈ ਕੇ ਆਏ ਗਏ ਆ। ਅੱਜ ਜੇ ਕਦੇ ਕਿਸਾਨ ਨੂੰ ਕਦੇ ਲੋੜ ਪੈਂਦੀ ਹੈ ਤਾਂ ਸਭ ਤੋਂ ਨੇੜੇ ਉਹਦੇ ਵਾਸਤੇ ਉਹਦਾ ਆੜਤੀ ਹੈ। ਜੇ ਲੇਬਰ ਵਾਲੇ ਨੂੰ ਲੋੜ ਪੈਂਦੀ ਹੈ, ਕਦੇ ਬਾਰੇ ਲੇਬਰ ਵਾਲੇ 6-6 ਮਹੀਨੇ ਦਾ ਐਡਵਾਂਸ ਵੀ ਆੜਤੀ ਤੋਂ ਲੈ ਜਾਂਦੇ ਆ ਕਿ ਭਾਈ ਸਾਡੇ ਘਰ 'ਚ ਦੁੱਖ ਸੁੱਖ ਦਾ ਵਕਤ ਹੈ ਤੇ ਸਾਨੂੰ ਲੋੜ ਹੈ। ਔਰ ਇਹ ਗੱਲਾਂ ਇਹਨਾਂ ਦਾ ਆਪਸੀ ਇੱਕ ਰਿਸ਼ਤਾ ਹੈ ਜਿਸ ਨੂੰ ਅੱਜ ਤੋੜਨ ਦੀ ਗੱਲ ਹੋ ਰਹੀ ਹੈ ਤੇ ਮੋਦੀ ਸਾਹਿਬ ਦੇ ਜਿਹੜੇ ਕੁਝ ਦੋਸਤ ਹੈ ਵੱਡੇ ਉਦਯੋਗਪਤੀ, ਉਹਨਾਂ ਨੂੰ ਮਦਦ ਕਰਨ ਦੀ ਗੱਲ ਹੋ ਰਹੀ ਹੈ। ਪਾਰਲੀਮੈਂਟ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਪਰ ਐਗਰੀਕਲਚਰ ਮਿਨਿਸਟਰ ਨੇ ਕੋਈ ਸਟੇਟਮੈਂਟਸ ਦਿੱਤੀਆਂ ਜਿਹੜੀਆਂ ਮੈਂ ਸਮਝਦਾ ਕਿ ਉਹ ਅਸੀਂ ਉਹਨੂੰ ਐਗਜ਼ਾਮਿਨ ਕਰ ਰਹੇ ਹਾਂ। ਅਗਰ ਉਹ ਨਾ ਠੀਕ ਹੋਈਆਂ ਤਾਂ ਪ੍ਰਿਵਿਲੇਜ ਮੋਸ਼ਨ ਵੀ ਪਾਰਲੀਮੈਂਟ ਸਾਡੇ ਐਮਪੀਜ਼ ਮੂਵ ਕਰਨਗੇ ਤਾਂ ਕਿ ਅਸੀਂ ਸਾਰੇ ਪਾਸਿਓਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਰਸੋਂ ਆਪਣੇ ਕਿਸਾਨ ਮੇਲੇ ਰਾਹੀਂ ਬੜੇ ਜ਼ੋਰਦਾਰ ਤਰੀਕੇ ਨਾਲ ਆਪਣੇ ਸਟੈਂਡ ਨੂੰ ਸਾਰੇ ਲੋਕਾਂ ਤੱਕ ਜਨਤਕ ਕੀਤਾ ਹੈ। ਔਰ ਮੈਂ ਸਮਝਦਾ ਕਿ ਆਪਾਂ ਸਾਰੇ ਇਸ ਲੜਾਈ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਆਪਾਂ ਕੰਮ ਕਰਾਂਗੇ। ਔਰ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਔਰ ਅੱਜ ਸਾਡੀ ਸਾਰੀ ਜਥੇਬੰਦੀ ਦੀ ਪੂਰੇ ਪੰਜਾਬ ਦੀ ਮੀਟਿੰਗ ਹੋਈ ਹੈ ਔਰ ਮੈਂ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੂਹਰੇ ਹੋ ਕੇ ਇਸ ਲੜਾਈ ਨੂੰ ਲੜਾਂਗਾ, ਪਿੱਛੇ ਅਸੀਂ ਰਹਿਣ ਨਹੀਂ ਦਿਆਂਗੇ। ਔਰ ਤਾਂ ਕਿ ਪਤਾ ਲੱਗ ਸਕੇ ਕਿ ਇਹ ਸਾਡੀ ਇਸ ਆੜਤੀ ਵਰਗ ਦੀ ਤੇ ਕਿਸਾਨ ਦਾ ਆਪਸ ਦਾ ਜੋ ਰਿਸ਼ਤਾ ਹੈ ਉਹਦੀ ਕਿੰਨੀ ਬੜੀ ਤਾਕਤ ਹੈ ਔਰ ਜੋ ਇਹ ਕਾਨੂੰਨ ਗਲਤ ਸਾਡੇ ਪੰਜਾਬ ਵਿੱਚ ਆ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਣਾ। ਸਰ ਮੇਨ ਇਸ਼ੂ ਜਿਹੜਾ ਐਮਐਸਪੀ ਦੀ ਗੱਲ ਕੀਤੀ ਸੀ ਵੀ ਕਈ ਥਾਂ ਤੇ ਕਈ ਸਟੇਟਾਂ 'ਚ ਹੈ ਨਹੀਂ ਐਮਐਸਪੀ, ਪੰਜਾਬ ਤੇ ਹਰਿਆਣੇ ਦੇ ਵਿੱਚ ਹੈ। ਉਹ ਇਸ਼ੂ ਹੈ ਜਿਸ ਤਰ੍ਹਾਂ ਫਿਰੋਜ਼ਪੁਰ ਕੰਨੀ ਵੀ ਹੈ ਜਿਹੜੀ ਹੈ ਮਤਲਬ ਐਮਐਸਪੀ ਤੇ ਚੱਕੀ ਵੀ ਨਹੀਂ ਜਾਂਦੀ, ਚਾਹੇ ਆਪਾਂ ਮੱਕੀ ਦੀ ਗੱਲ ਕਰ ਲਈਏ। ਦੇਖੋ ਗੱਲ ਇਹ ਹੈ ਕਿ ਜਿਹੜੀ ਤੁਸੀਂ ਐਮਐਸਪੀ ਦੀ ਗੱਲ ਕਰ ਰਹੇ ਹੋ ਨਾ, ਅੱਜ ਬਿਹਾਰ ਦਾ ਇਲੈਕਸ਼ਨ ਆ ਰਿਹਾ, ਮੋਦੀ ਜੀ ਕਦੇ ਬਿਹਾਰ 'ਚ ਜਾ ਕੇ ਪ੍ਰੋਜੈਕਟਸ ਅਨਾਉਂਸ ਕਰਨ ਲੱਗ ਜਾਂਦੇ ਆ ਤੇ ਬਿਹਾਰ ਦੇ ਵਿੱਚ ਤੁਸੀਂ ਐਮਐਸਪੀ ਦੀ ਗੱਲ ਚੈੱਕ ਕਰ ਲਓ ਤੇ ਉੱਥੇ 1050 ਰੁਪਏ ਕੁਇੰਟਲ ਕਣਕ ਦਾ ਭਾਅ ਮਿਲਦਾ ਹੈ ਉਹੀ ਕਿਸਾਨ ਨੂੰ ਜਿਹੜੇ ਉਰੇ ਪੰਜਾਬ ਦੇ ਕਿਸਾਨ ਨੂੰ 1950 ਮਿਲਦਾ। ਤੋ ਇਹ ਤਾਂ ਆંકੜੇ ਹੈ ਨਾ। ਤੇ ਇਹ ਇਸ ਤੋਂ ਪਹਿਲਾਂ ਜਿਹੜੀ ਚਾਹ ਤੇ ਕੌਫੀ ਦੀ ਜਿਹੜੀ ਫਸਲ ਹੈ ਉਹ ਅੱਜ ਕਾਰਪੋਰੇਟਸ ਦੇ ਹੱਥ ਦੇ ਵਿੱਚ ਹੈ, ਉਹ ਓਪਨ ਮਾਰਕੀਟ 'ਚ ਹੈ ਹੀ ਨਹੀਂ। ਜੇ ਕੋਈ ਵੀ ਮੰਨ ਲਓ ਤੁਸੀਂ ਓਪਨ ਮਾਰਕੀਟ 'ਚ ਆ ਕੇ ਵੇਚਣਾ ਹੈ, ਹੁਣ ਇਹ ਤਾਂ ਇਹ ਗੱਲ ਹੈ ਕਿ ਜਦੋਂ ਹੁਣ ਤੁਸੀਂ ਇੰਟਰਨੈਟ ਤੋਂ ਉਹ ਚੀਜ਼ ਬਾਏ ਕਰਦੇ ਹੋ ਤਾਂ ਜਿਹਦੇ ਤੁਹਾਨੂੰ ਜਿਹੜੇ 2 ਸਾਈਟਸ ਹੈ ਜਿਹਨੇ ਭਾਅ ਤੇ ਮਿਲਦੀ ਹੈ ਉਹੀ ਭਾਅ ਤੇ ਬਾਏ ਕਰੋਗੇ ਨਾ। ਜੇ ਮੰਡੀ 'ਚ ਜਾ ਕੇ ਪਤਾ ਲੱਗੂ, ਆਪਾਂ ਨੂੰ ਪਤਾ ਲੱਗਦਾ 10 ਫੜੀਆਂ ਦੇ ਉੱਪਰ ਸਬਜ਼ੀ ਗੋਭੀ ਕਿੱਥੇ ਕੀ ਭਾਅ ਮਿਲ ਰਹੀ ਹੈ, ਦੂਜੀ ਫੜੀ ਤੇ ਸਸਤੀ ਮਿਲਦੀ ਹੈ। ਤੇ ਜੇ ਸਾਡੇ ਕੋਲੇ ਇੱਕ ਓਪਨ ਮਾਰਕੀਟ ਅਵੇਲੇਬਲ ਹੈਗੀ ਹੈ ਤਾਂ ਓਪਨ ਮਾਰਕੀਟ ਦੇ ਉੱਪਰ ਤੁਸੀਂ ਯੂ ਹੈਵ 10 ਪੀਪਲ ਟੂ ਗੋ ਐਂਡ ਆਸਕ ਕਿ ਅਸੀਂ ਕਿਹੜੀ ਜਗ੍ਹਾ ਤੋਂ ਸਸਤਾ ਮਾਲ ਅਸੀਂ ਉੱਥੋਂ ਲੈ ਲਈਏ। ਸੋ ਇਹ ਇਸ ਕਰਕੇ ਇਹ ਸਾਰਾ ਓਪਨ ਮਾਰਕੀਟ ਦੇ ਸਿਸਟਮ ਨੂੰ ਕ੍ਰਸ਼ ਕਰਨ ਦੀ ਗੱਲ ਹੈ। ਔਰ ਮੈਂ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਗੱਲ ਜ਼ਰੂਰ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ ਤੱਕ ਪਹੁੰਚਾਉਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਇਹ ਜਿਹੜੇ ਆਰਡੀਨੈਂਸ ਹੈ, ਪਹਿਲਾਂ ਇਹ ਆਰਡੀਨੈਂਸ ਲੈ ਕੇ ਆਏ। ਇਹ ਆਰਡੀਨੈਂਸ ਦਾ ਮਤਲਬ ਕੀ ਹੁੰਦਾ ਹੈ? ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਾ ਹੋਵੇ, ਜਦੋਂ ਅਸੀਂ ਕੋਈ ਕਾਨੂੰਨ ਬਣਾਉਣਾ ਹੋਵੇ ਤਾਂ ਅਸੀਂ ਉਹਦਾ ਆਰਡੀਨੈਂਸ ਲਿਆਉਂਦੇ ਹਾਂ। ਔਰ ਆਰਡੀਨੈਂਸ ਉਦੋਂ ਲੈ ਕੇ ਆਉਣ ਦੀ ਲੋੜ ਹੁੰਦੀ ਹੈ ਕਿ ਉਹ ਸਾਡੇ ਵਾਸਤੇ ਇੱਕ ਬਹੁਤ ਅਹਿਮ ਗੱਲ ਹੈ, ਬੜੀ ਐਕਸੀਜੈਂਸੀ ਹੈ, ਐਮਰਜੈਂਸੀ ਹੋ ਗਈ ਤੇ ਇਸ ਕਰਕੇ ਸਾਨੂੰ ਕਰਨਾ ਪੈਂਦਾ। ਸਪੋਜ਼ ਆ ਕਰੋਨਾ ਆਇਆ, ਕਰੋਨਾ ਕਰਕੇ ਐਮਰਜੈਂਸੀ ਹੋ ਗਈ ਤੇ ਪਾਰਲੀਮੈਂਟ ਨਹੀਂ ਚੱਲ ਰਹੀ ਸੀ ਤਾਂ ਕਰੋਨਾ ਨੂੰ ਬਚਾਉਣ ਵਾਸਤੇ ਅਗਰ ਕੋਈ ਆਰਡੀਨੈਂਸ ਲੈ ਕੇ ਆਉਣਾ ਪਵੇ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਕਿਸਾਨ ਮਾਰੂ ਨੀਤੀਆਂ ਦਾ ਆਰਡੀਨੈਂਸ ਲੈ ਕੇ ਆਣਾ। ਇਸ ਤੋਂ ਕੀ ਪਤਾ ਲੱਗਦਾ ਕਿ ਮੋਦੀ ਸਾਹਿਬ ਆਪਣੇ 4 ਦੋਸਤਾਂ ਨੂੰ ਮਦਦ ਕਰਨ ਵਾਸਤੇ ਇਹ ਵਾਲੇ ਪਹਿਲਾਂ ਆਰਡੀਨੈਂਸ ਲੈ ਕੇ ਆਏ ਤੇ ਹੁਣ ਉਹ ਆਰਡੀਨੈਂਸਾਂ ਨੂੰ ਕਾਨੂੰਨ ਦੇ ਵਿੱਚ ਬਦਲਣ ਦੀ ਗੱਲ ਹੋ ਰਹੀ ਹੈ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਰੀ ਗੱਲ ਨਹੀਂ ਚੱਲੂਗੀ, ਨਾ ਕੋਈ ਚੱਲਣ ਦੇਊਗਾ। ਅੱਜ ਸਾਰੇ ਪੰਜਾਬ ਦੇ ਲੋਕ ਸੜਕਾਂ ਦੇ ਉੱਪਰ ਆਲਰੇਡੀ ਆ ਚੁੱਕੇ ਹੈ ਔਰ ਮੈਂ ਮੋਦੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਤੇ ਬੀਜੇਪੀ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਆਪਣੇ ਇਸ ਜਿਹੜਾ ਇਹ 3 ਕਾਲੇ ਕਾਨੂੰਨ ਉਹਨਾਂ ਨੇ ਇਸ ਦੇਸ਼ ਵਿੱਚ ਲੈ ਕੇ ਆਂਦੇ ਆ ਉਹਨਾਂ ਨੂੰ ਵਾਪਸ ਲੈਣ, ਉਹਦੇ ਉੱਪਰ ਮੁੜ ਵਿਚਾਰ ਕਰਕੇ ਸਿਲੈਕਟ ਕਮੇਟੀ ਦੇ ਨਾਲ ਡਿਸਕਸ ਕਰਨ ਔਰ ਪੰਜਾਬ ਦੇ ਕਿਸਾਨ ਦੇ ਨਾਲ, ਆੜਤੀਏ ਨਾਲ, ਗਰੀਬ ਆਦਮੀ ਦੇ ਰਿਪਰੈਜ਼ੈਂਟੇਟਿਵਸ ਨਾਲ ਮੀਟਿੰਗ ਕਰਨ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀਆਂ ਕੰਸਲਟੇਸ਼ਨਸ ਤੋਂ ਬਾਅਦ ਹੀ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ। ਸਾਹਿਬ ਇਹ ਨਹੀਂ ਲੱਗ ਰਿਹਾ ਕਿ ਆਪਾਂ ਲੇਟ ਹਾਂ ਜ਼ਿਆਦਾ? ਕਿਸ ਗੱਲ ਤੇ ਲੇਟ ਹੈ? ਜਿਹੜਾ ਕਾਨੂੰਨ ਆ ਉਹਦਾ ਪਾਸ ਹੋਣ ਦੇ ਅੱਜ ਤੇ ਤਾਂ ਲੇਟ ਕਿਸ ਤਰ੍ਹਾਂ 2 ਦਿਨ ਤੋਂ ਲਗਾਤਾਰ ਇਸ ਗੱਲ ਦੇ ਉੱਪਰ ਗੱਲ ਚੱਲ ਰਹੀ ਹੈ। ਜਿਹੜੇ ਕੱਲ ਕਿਸਾਨ ਜਥੇਬੰਦੀਆਂ ਨੇ ਜਿਹੜਾ ਮੈਂਡੇਟ ਦਿੱਤਾ ਹੈ ਅਸੀਂ ਰੋਕਣ ਵਾਸਤੇ
ਜਾਂ ਪ੍ਰੋਟੈਸਟ ਕਰਨ ਵਾਸਤੇ ਡੇਟ ਦਿੱਤੀ ਹੈ। ਅਸੀਂ ਆਪਣੇ ਵੱਲੋਂ ਸਾਡੀ ਜਥੇਬੰਦੀਆਂ ਨੇ ਆਲਰੇਡੀ ਸਪੋਰਟ ਕੀਤਾ ਆਲਰੇਡੀ। ਇਟ ਇਜ਼ ਨਾਟ ਦੈਟ। ਸਿੰਘਲਾ ਸਾਹਿਬ ਲੱਗਦਾ ਵਿਰੋਧ ਕਿਉਂਕਿ ਕਿਸਾਨਾਂ ਨੂੰ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਪਰ ਫਿਰ ਵੀ ਵਿਰੋਧ ਤੋਂ ਬਾਅਦ ਵੀ ਲੋਕ ਸਭਾ 'ਚ ਪਾਸ ਕੋਈ ਗੱਲ ਨਹੀਂ, ਇਸ ਗੱਲ ਦੇ ਨਾਲ ਘੱਟੋ ਘੱਟ ਜੇ ਤੁਸੀਂ ਤੁਹਾਡੇ ਗਰਦਨ ਦੇ ਉੱਪਰ ਕੋਈ ਮਸ਼ੀਨ ਚਲਾ ਦਿੰਦਾ ਹੈ ਤਾਂ ਮਸ਼ੀਨ ਚੱਲ ਜਾਂਦੀ ਹੈ, ਪਰ ਲੇਕਿਨ ਉਹਦਾ ਜਿਹੜਾ ਦਰਦ ਹੈ ਨਾ ਉਹ ਲੋਕ ਵਾਪਸ ਲੈਂਦੇ ਆ। ਇਸ ਕਰਕੇ ਚਿੰਤਾ ਕਰਨ ਦੀ ਇਹ ਗੱਲ ਦੀ ਲੋੜ ਨਹੀਂ ਹੈ ਕਿ ਅਗਰ ਮੋਦੀ ਕੋਲੇ ਅੱਜ ਮੈਂਡੇਟ ਹੈ ਲੋਕ ਸਭਾ ਦੇ ਵਿੱਚ ਤਾਂ ਜਾਂ ਰਾਜ ਸਭਾ ਦੇ ਵਿੱਚ ਉਹਨਾਂ ਕੋਲੇ ਮੈਂਡੇਟ ਹੈਗਾ ਜਾਂ ਉਹਨਾਂ ਨੇ ਕੁਝ ਪਾਰਟੀਆਂ ਨਾਲ ਗੱਲ ਕਰਕੇ ਮੈਂਡੇਟ ਲਿੱਤਾ ਹੈ ਤੇ ਉਹ ਕਾਨੂੰਨ ਨੂੰ ਪਾਸ ਕਰਾ ਲੈਣਗੇ। ਇਹ ਕਿਸਾਨ ਤੇ ਗਰੀਬ ਦੇ ਜਿਹੜਾ ਦਿਲ ਹੈ ਨਾ ਜਾਂ ਉਹਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਕਰਕੇ ਆ ਮਿਹਨਤ ਕਰਕੇ ਆ ਪੰਜਾਬ ਦੇ ਲੋਕਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਇਹ ਕਦੇ ਜਾਇਆ ਨਹੀਂ ਜਾਊਗਾ। ਇਹ ਪ੍ਰਮਾਤਮਾ ਦੇਖ ਰਿਹਾ ਸਾਰਾ ਕੁਝ। ਇਹ ਹੰਕਾਰ ਦੀ ਵੀ ਹੱਦ ਹੁੰਦੀ ਹੈ, ਤਾਂ ਇਹ ਵਕਤ ਦੱਸੂਗਾ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਠੀਕ ਹੈ, ਵੀ ਆਰ ਆਲ ਅਬਾਈਡਡ ਬਾਈ ਦੀ ਕਨਸਟੀਟਿਊਸ਼ਨ ਆਫ ਦਾ ਕੰਟਰੀ। ਸਾਡੇ ਸਾਹਮਣੇ ਇੱਕ ਸਾਡਾ ਲੋਕਤੰਤਰ ਹੈ, ਲੋਕਤੰਤਰ ਦੇ ਉੱਪਰ ਕਨਸਟੀਟਿਊਸ਼ਨ ਹੈ ਤੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੀਜ਼ਾਂ ਚੱਲਣੀਆਂ। ਉਹ ਚੱਲ ਰਹੀਆਂ ਤਾਂ ਹੀ ਵਿਰੋਧ ਹੋ ਰਿਹਾ ਨਾ, ਤਾਂ ਹੀ ਹਰ ਬੰਦਾ ਸੜਕ ਦੇ ਉੱਪਰ ਆ ਕੇ ਵਿਰੋਧ ਕਰ ਰਿਹਾ, ਬਿਕੋਜ਼ ਪਾਰਲੀਮੈਂਟ ਦੇ ਵਿੱਚ ਅਸੀਂ ਉਸ ਨੂੰ ਵਿਰੋਧ ਨਹੀਂ ਕਰ ਸਕ ਰਹੇ। ਅਸਤੀਫਾ ਦਿੱਤਾ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜਾ, ਮੈਂ ਕਿਸਾਨਾਂ ਦੀ ਧੀ ਹਾਂ, ਜਿਹਦੇ ਕਰਕੇ ਮੈਂ ਵਜ਼ੀਰੀ 'ਚ ਨਹੀਂ ਰਹਿਣਾ। ਚਲੋ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਕਿਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਪਹਿਲੇ ਦਿਨ ਤੋਂ ਕੀਤਾ ਹੁੰਦਾ ਤਾਂ ਦਿਨ ਹੀ ਨਾ ਆਉਂਦਾ। ਕੁਛ ਨਹੀਂ, ਸਾਰੇ ਪਿੰਡਾਂ ਦੇ ਵਿੱਚ ਕੱਲੇ ਪਿੰਡ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਔਰ ਸਾਰੇ ਜਥੇਬੰਦੀਆਂ ਸਾਰੇ ਲੋਕ ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣਗੇ ਵੱਡੇ ਵੱਧ ਚੜ੍ਹ ਕੇ। ਇਹ ਅਰਬਨ ਏਰੀਆ ਜਿਹੜੀ ਜਿੱਥੇ ਵੀ, ਕਿਉਂਕਿ ਅਸੀਂ ਕਰੋਨਾ ਨੂੰ ਦੇਖਦੇ ਹੋਏ ਅਸੀਂ ਇਕੱਠ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਇਹ ਡਿਸਇੰਟੀਗ੍ਰੇਟ ਤਰੀਕੇ ਨਾਲ ਹੋਵੇ। ਜਿਹੜੇ ਪਿੰਡਾਂ ਦੇ ਇਕੱਠ ਹੈ ਧਰਨੇ ਉਹ ਪਿੰਡਾਂ 'ਚ ਲੱਗਣ, ਜਿਹੜੇ ਛੋਟੇ ਕੋਈ ਮੰਡੀ ਹੈ, ਛੋਟਾ ਖਰੀਦ ਕੇਂਦਰ ਹੈ, ਉਹ ਖਰੀਦ ਕੇਂਦਰ 'ਚ ਲੱਗ ਜਾਵੇ, ਤੇ ਜਿਹੜੀ ਕੋਈ ਵੱਡੀ ਮੰਡੀ ਹੈ, ਭਵਾਨੀਗੜ੍ਹ ਮੰਡੀ ਹੈ, ਭਵਾਨੀਗੜ੍ਹ ਮੰਡੀ 'ਚ ਅੱਡ ਲੱਗ ਜਾਊਗਾ, ਸੰਗਰੂਰ ਦੀ ਮੰਡੀ 'ਚ ਅੱਡ ਲੱਗ ਜਾਊਗਾ। ਇਸ ਤਰੀਕੇ ਨਾਲ ਇਹ ਜਿਹੜੇ ਧਰਨੇ ਹੈਗੇ ਆ ਜਾਂ ਪ੍ਰੋਟੈਸਟ ਹੈਗੇ, ਇਹ ਹਰ ਪਿੰਡ ਦੇ ਵਿੱਚ ਹੋ ਜਾਣ ਤਾਂ ਕਿ ਲੋਕ ਵੀ ਸੈਗਰੀਗੇਟਡ ਰਹਿਣ, ਕਰੋਨਾ ਦੇ ਜਿਹੜੇ ਤੋਂ ਵੀ ਬਚੇ ਰਹੀਏ ਤੇ ਆਪਣਾ ਪ੍ਰੋਟੈਸਟ ਵੀ ਰਜਿਸਟਰ ਹੋ ਜਾਵੇ। ਮੰਤਰੀ ਜੀ ਪਟਿਆਲਾ ਘੇਰ ਰੱਖਿਆ ਜੀ, ਕੀ ਸਮਝਾਉਣ ਨੂੰ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਰਹੀ ਹੈ ਜੀ, ਵੀ ਉਹ ਸੀਐਮ ਸਾਹਿਬ ਦਾ ਘੇਰ ਰੱਖਿਆ ਜੀ? ਕੀ ਕਿਸ ਗੱਲ ਤੇ ਸੀਐਮ ਸਾਹਿਬ ਦਾ ਕਿਸਾਨਾਂ ਦੇ ਨਾਲ ਹੈ? ਘੇਰ ਰੱਖ ਫਿਰ ਵੀ ਉੱਥੇ ਨਹੀਂ ਕੋਈ ਗੱਲ ਨਹੀਂ ਨਾ, ਉਹ ਤਾਂ ਹੁਣ ਕਿਸੇ ਹੋ ਸਕਦਾ ਕਿ ਉਹ ਬਿਕੋਜ਼ ਜਥੇਬੰਦੀਆਂ ਹਰ ਰੋਜ਼ ਹਰ ਜਗ੍ਹਾ ਤੇ ਪ੍ਰੋਟੈਸਟ ਕਰ ਰਹੀਆਂ, ਉਹਦੇ ਤਾਂ ਕੋਈ ਆਪਣਾ ਇਹ ਨਹੀਂ ਨਾ ਹੈ ਕਿ ਅੱਜ ਉਰੇ ਗੱਲ ਪਰਸੋਂ ਚੌਥੇ ਰਾਜਪੁਰ ਵਾਲੇ ਪਾਸੇ ਰੱਖਿਆ ਹੋਇਆ ਸੀਗਾ, ਉਸ ਤੋਂ ਇੱਕ ਦਿਨ ਪਹਿਲਾਂ ਕਿਤੇ ਹੋਰ ਲੰਬੀ ਰੱਖਿਆ ਹੋਇਆ ਸੀਗਾ। ਸੋ ਉਹ ਤਾਂ ਹਰ ਰੋਜ਼ ਪ੍ਰੋਟੈਸਟ ਚੱਲ ਰਿਹਾ। ਸੋ ਉਹ ਤਾਂ ਜਿੱਥੇ ਵੀ ਚੂਜ਼ ਕਰ ਲੈਂਦੇ ਆ, ਠੀਕ ਹੈ। ਸਾਹਿਬ ਜਿਵੇਂ ਅੱਜ ਭਾਰਤੀ ਐਸੋਸੀਏਸ਼ਨਾਂ ਨਾਲ ਮਿਲਿਆ ਗਿਆ, ਉਸੇ ਤਰ੍ਹਾਂ ਕਿਸਾਨਾਂ ਨਾਲ ਵੀ ਕੋਈ ਇਸ ਤਰ੍ਹਾਂ ਦੀ ਵਾਰਤਾਲਾਪ ਹੋਈ? ਬਿਲਕੁਲ, ਕਿਸਾਨਾਂ ਨਾਲ ਮੇਰੀ ਤਾਂ ਪਹਿਲਾਂ ਵੀ ਹੋ ਕੇ ਚੁੱਕੀ ਹੈ। ਕੋਈ ਇਹਦੇ 'ਚ ਮਤਲਬ ਮੇਰੀ ਤਾਂ ਸਾਰਿਆਂ ਨਾਲ ਵਾਰਤਾਲਾਪ ਹੈ। ਮਾਈ ਓਨਲੀ ਪੁਆਇੰਟ ਇਜ਼ ਦੈਟ ਵੀ ਆਰ ਆਲ ਟੂਗੇਦਰ। ਮੈਂ ਤਾਂ ਹੁਣ ਵੀ ਇਹੀ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਇਸ ਜੰਗ ਦੇ ਵਿੱਚ, ਇਕੱਠੇ ਹੋ ਕੇ ਲੜਾਂਗੇ। ਜੋ ਵੀ ਕਰਨਾ ਪਿਆ ਵੀ ਵਿਲ ਡੂ। ਔਰ ਮੈਂ ਇਹੀ ਕਿਹਾ ਕਿ ਅਸੀਂ ਸਾਰਿਆਂ ਦਾ ਆਪਸ ਦੇ ਵਿੱਚ ਇੱਕ 9 ਮਾਸ ਦਾ ਰਿਸ਼ਤਾ ਹੈ ਤੇ ਕੋਈ ਵੀ ਬੰਦਾ ਇਸ ਰਿਸ਼ਤੇ ਨੂੰ ਤੋੜਨਾ ਨਹੀਂ ਚਾਹੁੰਦਾ। ਤੇ ਜੋ ਮੋਦੀ ਦੀ ਸਰਕਾਰ ਤੋੜਨ ਵਾਸਤੇ ਸਾਨੂੰ ਮਜਬੂਰ ਕਰ ਰਹੀ ਹੈ, ਇਹ ਨਾ ਰਿਸ਼ਤੇ ਟੁੱਟਣਗੇ, ਇਹ ਰਿਸ਼ਤੇ ਇਕੱਠੇ ਰਹਿਣਗੇ। ਤੇ ਇਹ ਜਿਹੜਾ ਸਾਡੇ ਤੇ ਸੰਕਟ ਆਇਆ ਹੈ, ਇਸ ਸੰਕਟ ਦੀ ਲੜਾਈ ਵੀ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ। ਪਰਸਨਲ ਤੌਰ ਤੇ ਮਿਲ ਰਹੇ ਹੋ ਜਾਂ ਸਰਕਾਰ ਵੱਲੋਂ ਡਿਊਟੀ ਲਗਾਈ ਗਈ? ਕਿਉਂਕਿ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਮੈਂ ਵੀ ਆੜਤੀ ਵਰਗ ਦੇ ਨਾਲ ਸੰਬੰਧ ਤੇ ਰੱਖਦਾ। ਓਬਵੀਅਸਲੀ ਜੀ ਸਰਕਾਰ ਵੱਲ ਡਿਊਟੀ ਦਾ ਕੀ ਮਤਲਬ ਹੈ? ਅੱਜ ਸਾਰਾ ਸਰਕਾਰ ਦਾ ਹਰ ਬੰਦਾ ਅੱਜ ਇਸ ਗੱਲ ਤੇ ਚਿੰਤਿਤ ਹੈ। ਸੋ ਐਵਰੀਬਾਡੀ ਇਜ਼ ਡੂਇੰਗ ਵਾਟਐਵਰ ਹੀ ਕੈਨ ਡੂ ਇਨ देयर ਓਨ ਵੇ। तो ਉਸੇ ਤਰੀਕੇ ਨਾਲ ਮੈਂ ਕਰ ਰਿਹਾ। ਹਾਂਜੀ ਸਰ। ਵਿਜੇ ਕਾਲੜਾ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਭਾਰਤੀ ਐਸੋਸੀਏਸ਼ਨ ਪੰਜਾਬ, ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ। ਸਰ ਅੱਜ ਜਿਹੜੀ ਮੀਟਿੰਗ ਹੋਈ ਹੈ ਸਿੰਗਲਾ ਸਾਹਿਬ ਨਾਲ, ਕੀ ਮੀਟਿੰਗ ਦਾ ਸਿੱਟਾ ਹੈ? ਇਸ ਤਰ੍ਹਾਂ ਕਿ ਅੱਜ ਪੰਜਾਬ ਦੇ ਹਾਲਾਤ ਜਿਹੜੇ ਬਣੇ ਪਏ ਕਿਸਾਨੀ ਵਾਸਤੇ ਨਹੀਂ, ਪੂਰੇ ਆੜਤੀਆ, ਕਰਿਆਨਾ, ਮਨਿਆਰੀ, ਬਜਾਜੀ, ਰੈਡੀਮੇਡ ਕੋਈ ਵੀ ਕੋਈ ਕਿੱਤਾ ਕਰਦਾ ਹੈ, ਈਵਨ ਮਜ਼ਦੂਰ ਹੈ, ਇੰਡਸਟਰੀ ਹੈ, ਸਾਰਿਆਂ ਵਾਸਤੇ ਇਹ ਜਿਹੜੇ 3 ਆਰਡੀਨੈਂਸ ਲੈਂਦੇ ਗਏ ਆ, ਇਹ ਮੈਂ ਸਮਝਦਾ ਕਿ ਪੰਜਾਬ ਮਾਰੂ ਹੈ, ਕਿਸਾਨ ਮਾਰੂ ਨੂੰ ਦੇਸ਼ ਮਾਰੂ ਹੈ। ਉਹਦੇ ਸਬੰਧ ਵਿੱਚ ਅਸੀਂ ਅੱਜ, ਕਿਉਂਕਿ ਜ਼ਿਆਦਾ ਪ੍ਰਭਾਵ ਜਿਹੜਾ ਕਿਸਾਨਾਂ ਦਾ ਆੜਤੀਆਂ ਨਾਲ ਜੁੜਿਆ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਤੇ ਆੜਤੀਆ ਸਿਸਟਮ ਜਿਹੜਾ ਉਹ ਕਿਸਾਨ ਨਾਲ ਤੇ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਵੱਖ-ਵੱਖ ਜਿਹੜੇ 12,500 ਕਿੰਨੇ ਪਿੰਡ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਲਿੰਕ ਹੈ। ਉਹਦੇ ਕਰਕੇ ਅਸੀਂ ਅੱਜ ਸਿੰਗਲਾ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਹ ਆਉਣ ਵਾਲਾ ਸਮਾਂ ਜਿਹੜਾ ਮੰਡੀਕਰਨ ਨੂੰ ਬਚਾਉਣ ਵਾਲਾ ਹੈ। ਦੁਨੀਆ ਦੇ ਵਿੱਚ, ਏਸ਼ੀਆ ਦੇ ਸਭ ਤੋਂ ਬਿਹਤਰੀਨ ਸਿਸਟਮ ਜਿਹੜਾ ਇਹ ਮੰਡੀਕਰਨ ਦਾ ਉਹ ਪੰਜਾਬ ਦੇ ਵਿੱਚ ਹੈ। ਉਹਨੂੰ ਅੱਜ ਤੋੜਨ ਵਾਸਤੇ ਮੋਦੀ ਸਰਕਾਰ ਨੇ ਇਹ ਐਕਟ ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆਂਦਾ ਹੈ, ਜਿਹਨੂੰ ਅੱਜ ਰਾਜ ਸਭਾ 'ਚ ਪੇਸ਼ ਕੀਤਾ। ਉਹਦੇ ਵਾਸਤੇ ਅਸੀਂ ਇਹਨਾਂ ਦੀ ਮਦਦ ਵਾਸਤੇ ਆਏ ਹਾਂ ਕਿ ਕਿਸਾਨ ਨੂੰ ਜੇ ਬਚਾਉਣਾ ਹੈ, ਪੰਜਾਬ ਦੇ
ਆੜ੍ਹਤੀਆ ਵਰਗ ਨੂੰ ਬਚਾਉਣਾ ਹੈ ਤਾਂ ਇਹਦਾ ਸਾਰੇ ਪੰਜਾਬ ਨੂੰ ਬਚਾਉਣ ਵਾਲੀ ਗੱਲ ਆ। ਕੋਈ ਕਿਸੇ ਵੀ ਕਾਰੋਬਾਰ ਦੇ ਵਿੱਚ ਇਨਵੋਲਵ ਹੈ, ਉਹ ਕਿਸਾਨ ਦੇ ਘਰ ਪੈਸਾ ਆਏਗਾ ਤਾਂ ਅੱਗੇ ਸਰਕੂਲੇਟ ਹੋਣਾ ਸਾਰੇ ਪੰਜਾਬ 'ਚ। ਉਹਨੂੰ ਬਰਬਾਦ ਕਰਨ ਤੇ ਮੋਦੀ ਸਰਕਾਰ ਨੇ ਇਹ ਉਪਰਾਲਾ ਕੀਤਾ। ਉਹਨੂੰ ਫੇਲ ਕਰਨ ਵਾਸਤੇ ਅਸੀਂ ਇਹ ਸਾਰੇ ਇਕੱਤਰ ਹੋਏ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਆਪਾਂ ਪਲੈਨਿੰਗ ਕੀ ਕਰਨਾ। ਸਾਡਾ ਇਹ ਹੈ ਜੀ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੀਆਂ ਕੱਲ 30 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਹੈ ਮੋਗਾ ਦੇ ਵਿੱਚ, ਜਿਨ੍ਹਾਂ ਵਿੱਚ ਕਮਿਊਨਿਸਟ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਵਿਚਾਰਧਾਰਾ ਵਾਲੇ ਲੋਕ ਇਕੱਠੇ ਹੋਏ। ਤਾਂ ਅਸੀਂ ਇਹ ਫੈਸਲਾ ਕੀਤਾ ਕਿ 25 ਤਰੀਕ ਨੂੰ ਅਸੀਂ ਪੂਰੇ ਕਰਿਆਨਾ, ਮਨਿਆਰੀ, ਬਜਾਜੀ, ਪੂਰਾ ਟ੍ਰੇਡ, ਕੋਈ ਵੀ ਕਾਰੋਬਾਰ ਹੈ, ਇੱਥੋਂ ਤੱਕ ਸਬਜ਼ੀ ਹਲਵਾਈਆਂ ਨੂੰ ਵੀ, ਉਹਨਾਂ ਦੇ ਪ੍ਰਧਾਨ ਸਾਹਿਬਾਨ ਨੂੰ ਅਸੀਂ ਮਿਲੇ, ਬੇਨਤੀ ਕੀਤੀ ਹੈ। 23 ਤਰੀਕ ਨੂੰ ਅਸੀਂ ਹਰ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੂੰ ਬੇਨਤੀ ਕਰਨੀ ਹੈ ਤਾਂ ਪੂਰਾ ਕਾਰੋਬਾਰ ਅਸੀਂ ਠੱਪ ਕਰਨਾ ਹੈ ਇਹਦੇ ਵਿਰੋਧ ਦੇ ਵਿੱਚ। ਕੱਲ ਨੂੰ ਅਸੀਂ ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਗਰੁੱਪ ਬਣਾ ਕੇ ਮੋਦੀ ਸਰਕਾਰ ਦੇ ਖਿਲਾਫ ਤੇ ਇਹ ਜਿਹੜੇ ਆਰਡੀਨੈਂਸ ਜਾਰੀ ਉਹਦੇ ਪੁਤਲੇ ਵੀ ਸਾੜਨੇ ਆ। ਅੱਜ ਵੀ ਅਸੀਂ ਪੁਤਲੇ ਸਾੜੇ ਸਾਰੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨਾਲ ਕੇ ਮੈਂ ਬਾਘੇ ਪੁਰਾਣੇ ਸਾੜ ਕੇ ਆਇਆ। ਉੱਥੇ ਵੀ ਤੁਹਾਡੇ ਸਾਥੀ ਮੈਨੂੰ ਮਿਲੇ ਆ ਡਿਬੇਟ ਦੇ ਵਿੱਚ, ਮੈਂ ਉਹਨਾਂ ਨਾਲ ਗੱਲ ਕੀਤੀ ਆ। ਅਸੀਂ 23 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਕੇ ਪੰਜਾਬ ਦੀ ਵੱਡੇ ਅੰਦੋਲਨ ਨੂੰ ਸ਼ੁਰੂ ਕਰਨ ਵਾਸਤੇ ਇੱਕ ਪਲਾਨ ਕਰ ਰਹੇ ਹਾਂ। ਉਹ 23 ਤਰੀਕ ਨੂੰ ਅਸੀਂ ਆਪਣੀ ਜਿਹੜੀ ਮੀਟਿੰਗ ਕਰਕੇ ਉਹਦਾ ਰੂਪਰੇਖਾ ਜਿਹੜੀ ਤਿਆਰ ਕਰਕੇ ਤੁਹਾਡੇ ਸਨਮੁਖ ਰੱਖਾਂਗੇ। ਔਰ 25 ਤਰੀਕ ਨੂੰ ਅਸੀਂ ਪੰਜਾਬ ਦੇ, ਜਿਸ ਤਰ੍ਹਾਂ ਅੱਜ ਹਰਿਆਣਾ ਦੇ ਵਿੱਚ ਚਿੜੀ ਵੀ ਪਰ ਨਹੀਂ ਮਾਰ ਰਹੀ, ਟੋਟਲ ਟ੍ਰੈਫਿਕ ਬੰਦ ਆ, ਅਸੀਂ 25 ਤਰੀਕ ਨੂੰ ਪੂਰਾ ਟ੍ਰੈਫਿਕ ਵੀ ਬੰਦ ਕਰਾਂਗੇ। ਪੰਜਾਬ ਦੀਆਂ ਮੰਡੀਆਂ ਨਹੀਂ, ਪੂਰਾ ਕਾਰੋਬਾਰ ਹੀ ਬੰਦ ਕਰਾਂਗੇ, ਚਾਹੇ ਸ਼ਹਿਰਾਂ 'ਚ ਚਾਹੇ ਪਿੰਡਾਂ 'ਚ।